ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ। ਹੈ ਭੀ ਸਚ ਨਾਨਕ ਹੋਸੀ ਭੀ ਸਚ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨਸਹਿ ਪਾਪ ਕਨੇਰੇ। ਪਸੂ ਪ੍ਰੇਤ ਮੁਗਧ ਕਾ ਤਾਰੇ ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਕਹਾ ਲੱਗੈ ਇਹੋ ਕੀਟ ਬਖਾਨੈ ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਪਿਤਾ ਜਨਮ ਜਿਮ ਪੂਤ ਨ ਪਾਵੈ ਕਹਾ ਤਵਨ ਕਾ ਭੇਦ ਬਤਾਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ। ਅਨੇਕ ਮਾਇਆ ਰੰਗ ਦੇਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ। ਜਿਹ ਮਾਰਗ ਇਹੋ ਜਾਤਿ ਇਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ
ਨਾਨਕ ਗੁਰਮੁਖ ਪਰਮ ਗਤ ਪਾਈਐ। ਐਸਾ ਨਾਮ ਮਨ ਸਦਾ ਧਿਆਈਐ। ਨਾਨਕ ਗੁਰਮੁਖ ਪਰਮ ਗਤ ਪਾਈਐ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਹਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਸਾਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰ ਹਾਜ਼ਰਾ ਹਜੂਰ ਜਹਰਾ ਜਹੂਰ। ਦੀਨਾ ਬੰਧੂ ਭਗਤ ਵਛਲ ਦਇਆ ਦੇ ਸਾਗਰ ਦਾਸ ਪਾਤਸ਼ਾਹੀਓ ਜੀ ਕੇ ਪਾਵਨ ਪਵਿੱਤਰ ਸਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਆਪਾਂ ਮਾਈ ਭਾਈ ਸਰਬੱਤ ਸੰਗਤਾਂ ਨੂੰ ਪ੍ਰਾਪਤ ਹੋਇਆ। ਗੁਰੂ ਗਰੀਬ ਨਵਾਜ ਸਤਿਗੁਰਾਂ ਦੀ ਮਿਹਰਾਮਤ ਸਦਕਾ ਇਹ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਮੰਨਣੇ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ। ਪਾਵਨ ਪਵਿੱਤਰ ਸ਼ਬਦ ਦੇ ਸਿਧਾਂਤ ਅਨੁਸਾਰ ਆਪਾਂ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਜੁੜ ਬੈਠਦੇ ਹਾਂ। ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਧ ਸੰਗਤ ਜੀ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਪਿਛਲੇ ਕੀਤੇ ਸ਼ੁਭ ਕਰਮਾਂ ਦਾ ਫਲ ਇਹ ਮਨੁੱਖਾ ਦੇਹੀ ਹੈ, ਔਰ ਇਹ ਮਨੁੱਖਾ ਦੇਹੀ ਵਿੱਚ ਕੀਤੇ ਸ਼ੁਭ ਕਰਮਾਂ ਦਾ ਫਲ ਪਰਮੇਸ਼ਰ ਦੀ ਪ੍ਰਾਪਤੀ ਹੈ। ਤੋ ਮਹਾਰਾਜ ਕਹਿੰਦੇ ਆ ਕਿ ਸੰਸਾਰ ਵਿੱਚ ਮਨੁੱਖਾ ਦੇਹੀ ਇਹ ਸਾਧ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਵਾਸਤੇ ਮਿਲੀ ਹੈ। ਤਨ ਚੇਤਨ ਚੇਤਨ ਚੇਤ ਦਿਓ ਨਹਿ ਭੋਗਣ ਹੇਤ ਗੋਬਿੰਦ ਦਿਓ। ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਇਹ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ, ਰਸਨਾ ਮਿਲੀ ਹੈ। ਗੁਣ ਗਾਉਣ ਵਾਸਤੇ ਅੱਖਾਂ ਮਿਲੀਆਂ, ਸਤਿਗੁਰਾਂ ਦੀ ਬਾਣੀ ਪੜ੍ਹਨ ਵਾਸਤੇ ਕੰਨ ਮਿਲੇ ਹਨ, ਮਹਾਰਾਜ ਦੇ ਦਰ ਕਰ ਦੀ ਵਡਿਆਈ ਕੀਰਤੀ ਕੀਰਤਨ ਕਥਾ ਬਾਣੀ ਸੁਣਨ ਵਾਸਤੇ ਆਇਓ ਪੜ੍ਹਨ ਸੁਣਨ ਕਉ ਬਾਣੀ। ਆਇਆ ਸਫਲ ਥਾਹੂ ਕਉ ਗਨੀਐ ਜਾਸ ਰਸਨ ਹਰ ਹਰ ਜਸ ਭਣੀਐ। ਉਸੇ ਪ੍ਰਾਣੀ ਦਾ ਹੀ ਸਾਧ ਸੰਗਤ ਜੀ ਸੰਸਾਰ ਤੇ ਆਇਆ ਸਫਲ ਹੈ। ਜਿਹੜਾ ਪ੍ਰਾਣੀ ਸਤਿਗੁਰਾਂ ਦੇ ਉਸ ਅਕਾਲ ਪੁਰਖ ਦੇ ਮਿੱਠੇ ਯਾਦ ਅੰਦਰ ਮਿੱਠੀ ਯਾਦ ਅੰਦਰ ਜੁੜ ਬੈਠਦਾ ਤੇ ਸਦਾ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਾਉਂਦਾ। ਇਹ ਇਹੋ ਜਿਹੀ ਸੋਝੀ ਸਾਨੂੰ ਸਤਿਗੁਰਾਂ ਦੀ ਬਾਣੀ ਨੇ ਪਾਈ ਹੈ। ਮਨੁੱਖਾ ਦੇਹੀ ਕਿਸ ਕਾਰਜ ਨੂੰ ਮਿਲੀ ਹੈ, ਇਹ ਸੋਝੀ ਸਾਨੂੰ ਕਿਹਨੇ ਦਿੱਤੀ ਹੈ।
ਉਹ ਸਤਿਗੁਰਾਂ ਦੀ ਬਾਣੀ ਆ ਜਿਹਨੇ ਸਾਨੂੰ ਇਹ ਸੋਝੀ ਦਿੱਤੀ ਹੈ। ਸਤਿਗੁਰਾਂ ਦੀ ਮਿਹਰਾਮਤ ਸਦਕਾ ਸ਼੍ਰੀ ਸੁਖਮਣੀ ਸਾਹਿਬ ਜੀ ਕੀ ਪਾਵਨ ਬਾਣੀ ਦੀ ਕਥਾ ਪਿਛਲੇ ਸਮੇਂ ਤੋਂ ਚੱਲ ਰਹੀ ਹੈ। ਦੂਜੀ ਅਸ਼ਟਪਦੀ ਦੇ ਦੂਸਰੇ ਪਦ ਦੀ ਕਥਾ ਅੱਜ ਆਰੰਭ ਹੋ ਰਹੀ ਹੈ, ਜਿਹਦੇ ਵਿੱਚ ਮਹਾਰਾਜ ਕੀ ਕਹਿੰਦੇ ਹੈ, ਗੁਰੂ ਗਰੀਬ ਨਿਵਾਜ ਜੀਆਂ ਸਾਨੂੰ ਕੀ ਸੋਝੀ ਬਖਸ਼ੀ ਹੈ, ਉਹ ਸਾਰੀ ਕਥਾ ਇਹ ਪਾਵਨ ਪਵਿੱਤਰ ਦੂਸਰਾ ਪਦ ਦੂਜੀ ਅਸ਼ਟਪਦੀ ਦਾ ਆਰੰਭ ਹੁੰਦਾ। ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ, ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਤੋ ਗੁਰੂ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਦੇ ਹੈ ਕਿ ਭਾਵੇਂ ਕੋਈ ਪ੍ਰਾਣੀ ਇੱਕ ਦੇਸ਼ ਦਾ ਨਹੀਂ, ਸਾਰੀ ਪ੍ਰਿਥਵੀ ਦਾ ਰਾਜਾ ਬਣ ਜਾਵੇ, ਸਾਰੇ ਸੰਸਾਰ ਦਾ ਰਾਜਾ ਹੋ ਜਾਵੇ, ਕੇਵਲ ਇੱਕ ਕਿਸੇ ਦੇਸ਼, ਇੱਕ ਸਟੇਟ, ਇੱਕ ਖਿੱਤੇ ਦਾ ਨਹੀਂ, ਸਾਰੀ ਦੁਨੀਆ ਦਾ ਹੀ ਰਾਜਾ ਹੋਵੇ, ਸਾਰੀ ਧਰਤੀ ਤੇ ਉਹਦਾ ਰਾਜ ਚੱਲਦਾ ਹੋਵੇ, ਸਾਰੇ ਸੰਸਾਰ ਦਾ ਰਾਜਾ ਬਣ ਕੇ ਵੀ ਮਹਾਰਾਜ ਕਹਿੰਦੇ ਉਹਨੂੰ ਸੁੱਖ ਨਹੀਂ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੇ ਸੰਸਾਰ ਦਾ ਰਾਜਾ ਬਣ ਕੇ ਵੀ ਸਾਧ ਸੰਗ ਦੀ ਪ੍ਰਾਣੀ ਦੁਖੀ ਹੈ। ਮਨ ਨੂੰ ਸੰਤੁਸ਼ਟੀ ਨਹੀਂ, ਮਨ ਨੂੰ ਇਕਾਗਰਤਾ ਨਹੀਂ, ਟਿਕਾ ਨਹੀਂ। ਸੁਖ ਨਾਮ ਕਹਿੰਦਾ, ਸੁਖ ਸਾਧ ਸੰਗਤ ਜੀ ਆ ਕੋਈ ਕਾਰਾਂ, ਗੱਡੀਆਂ, ਕੋਠੀਆਂ, ਮਹਿਲਾਂ, ਮਾਇਆ ਦਾ ਨਾਮ ਸੁਖ ਨਹੀਂ। ਜੇ ਇਹਦਾ ਨਾਮ ਸੁਖ ਹੈ ਤੇ ਮਹਾਰਾਜ ਤਾਂ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਪ੍ਰਿਥਵੀ ਧਰਤੀ ਦਾ ਰਾਜਾ ਵੀ ਦੁਖੀ ਹੈ। ਸੁਖ ਕੀ ਹੈ? ਸੁਖ ਨਾਮ ਮਨ ਕੀ ਇਕਾਗਰਤਾ ਕੋ ਜਾਨੀ ਹੈ। ਮਨ ਦੇ ਟਿਕਾ ਦਾ ਨਾਮ ਖਾਲਸਾ ਜੀ ਸੁਖ ਹੈ। ਚਾਹੇ ਉਹ ਪਾਟੇ ਕੱਪੜਿਆਂ ਅੰਦਰ ਇੱਕ ਕੱਖਾਂ ਦੀ ਕੁੱਲੀ ਵਿੱਚ ਜੰਗਲ ਵਿੱਚ ਹੀ ਕਿਉਂ ਨਾ ਕੋਈ ਰਹਿੰਦਾ ਹੋਵੇ, ਜਿਹਦਾ ਮਨ ਸਹਿਜ ਵਿੱਚ ਹੈ, ਸੰਸਾਰ ਵਿੱਚ ਕੇਵਲ ਉਹ ਹੀ ਸੁਖੀ ਹੈ, ਬਾਕੀ ਸਾਰਾ ਸੰਸਾਰ ਹੀ ਦੁਖੀ ਹੈ। ਸਾਰਾ ਸੰਸਾਰ ਹੀ ਦੁੱਖ ਦਾ ਗਰਸਿਆ ਹੋਇਆ। ਗਰੀਬ ਨਵਾਜ ਪਾਵਨ ਬਾਣੀ ਅੰਦਰ ਸੁਖੀ ਜਿਹੜਾ ਹੈ ਕੌਣ ਹੈ, ਉਹਦੀ ਬਾਬਤ ਮਹਾਰਾਜ ਦੀਆਂ ਸ਼ਬਦ ਉਚਾਰਿਆ ਕਿ ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ। ਟੁੱਟੀ ਝੌਂਪੜੀ ਵਿੱਚ ਵੱਸਦਾ ਹੈ, ਕੱਪੜੇ ਸਾਰੇ ਪਾਟੇ ਹੋਏ ਹਨ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਉਹਦੀ ਜਾਤ ਵੀ ਕੋਈ ਉੱਚੀ ਨਹੀਂ, ਨਾ ਉਹਦੀ ਕੋਈ ਬਹੁਤੀ ਇੱਜ਼ਤ ਹੈ। ਸੰਸਾਰ ਅੰਦਰ ਕੋਈ ਬਹੁਤੇ ਹੱਥ ਨਹੀਂ ਖੜੇ ਕਰਦਾ ਉਹਨੂੰ ਵੇਖ ਕੇ, ਆਦਰ ਕੋਈ ਦਿੰਦਾ ਨਹੀਂ। ਉਦਿਆਨ ਪਰ ਮਿੰਨਾ, ਜੰਗਲ ਦੀ ਉਜਾੜ ਵਿੱਚ ਰਹਿੰਦਾ, ਔਰ ਨਾ ਉਹਦਾ ਕੋਈ ਮਿੱਤਰ ਸਾਖ ਸੰਬੰਧੀ ਹੈ। ਪਰ ਫਿਰ ਵੀ ਮਹਾਰਾਜ ਕਹਿੰਦੇ ਆ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜਿਹਦਾ ਮਨ ਸਾਧ ਸੰਗਤ ਹਰੀ ਦੇ ਨਾਮ ਵਿੱਚ ਭਿੱਜਾ ਵਾ, ਉਹ ਸਾਰੀ ਪ੍ਰਿਥਵੀ ਦਾ ਰਾਜਾ। ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ, ਝੌਂਪੜੀ ਵਿੱਚ ਰਹਿ ਕੇ ਵੀ ਉਹ ਰਾਜਾ, ਕਿਉਂਕਿ ਮਨ ਸੁਖੀ ਹੈ ਨਾ। ਜਿਹਦਾ ਮਨ ਨਹੀਂ ਸਾਧ ਸੰਗਤ ਜੀ ਸਹਿਜ ਵਿੱਚ, ਉਹ ਦੁਖੀ ਹੈ, ਭਾਵੇਂ ਸਾਰੀ ਧਰਤੀ ਦਾ ਰਾਜਾ ਕਿਉਂ ਨਾ ਹੋਵੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਪ੍ਰਿਥਵੀ ਦਾ ਰਾਜ ਲੈ ਕੇ ਵੀ ਪ੍ਰਾਣੀ ਦੁਖੀ ਹੈ। ਹਰ ਕਾ ਨਾਮ ਜਪਤ ਹੋਏ ਸੁਖੀਆ, ਤੇ
ਦੁਖੀ ਜਿਹੜਾ ਉਹ ਸੌਖਾ ਕਿਵੇਂ ਹੁੰਦਾ ਹੈ, ਉਹਦੇ ਵਾਸਤੇ ਸਾਧ ਸੰਗਤ ਜੀ ਮਹਾਰਾਜ ਨੇ ਨਾਮ ਬਣਾਇਆ। ਸੰਸਾਰ ਰੋਗੀ ਹੈ, ਨਾਮ ਦਾਰੂ ਹੈ। ਤੋ ਮਹਾਰਾਜ ਕਹਿੰਦੇ ਡਿੱਠਾ ਸਭ ਸੰਸਾਰ, ਸੁਖ ਨਾ ਨਾਮ ਬਿਨ। ਅਸੀਂ ਸਾਰਾ ਹੀ ਸੰਸਾਰ ਵੇਖਿਆ ਹੈ, ਨਾਮ ਤੋਂ ਬਿਨਾਂ ਕਿਸੇ ਨੂੰ ਸੁੱਖ ਨਹੀਂ। ਜੇ ਸਾਰੀ ਪ੍ਰਿਥਵੀ ਦਾ ਰਾਜਾ ਹੋ ਕੇ ਵੀ ਕੋਈ ਦੁਖੀ ਹੈ, ਉਹ ਪੁੱਛੇ ਵੀ ਸੁੱਖ ਕਿੱਥੋਂ ਮਿਲੇਗਾ, ਤਾਂ ਮਹਾਰਾਜ ਕਹਿੰਦੇ ਹਰ ਕਾ ਨਾਮ ਜਪਤ ਹੋਏ ਸੁਖੀਆ। ਹਰੀ ਦਾ ਨਾਮ ਜਿਹੜਾ ਨਾ, ਵਾਹਿਗੁਰੂ 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 ਵਾਹਿਗੁਰੂ, ਇਹ ਨਾਮ ਜਾਪ। ਮਹਾਰਾਜ ਨਾਮ ਜਪਣ ਨਾਲ ਕੀ ਹੋਵੇਗਾ? ਸੁਖੀਆ। ਹਰ ਕਾ ਨਾਮ ਜਪਤ ਹੋਏ ਸੁਖੀਆ। ਪ੍ਰਾਣੀ ਦੁਖੀ ਤੋਂ ਦੁਖੀ ਵੀ ਸਾਧ ਸੰਗਤ ਜੀ ਨਾਮ ਜਪਣੇ ਦੇ ਕਾਰਨ ਸੌਖਾ ਹੁੰਦਾ। ਕਿਉਂ? ਮਨ ਠੰਡ ਪੈਂਦੀ ਹੈ। ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ। ਜਿਹੜੀ ਮਨ ਨੂੰ ਤਪਸ਼ ਲੱਗੀ ਹੋਈ ਹੈ, ਜਿਹਦੇ ਕਰਕੇ ਅਸੀਂ ਦੁਖੀ ਹਾਂ, ਉਹ ਤਪਸ਼ ਦੂਰ ਹੁੰਦੀ ਹੈ ਤੇ ਨਾਮ ਨਾਲ ਦੂਰ ਹੁੰਦੀ ਹੈ। ਕਿਸੇ ਸਿੱਖ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਮਹਾਰਾਜ ਇਹ ਸੰਸਾਰ ਦੁਖੀ ਹੈ, ਕਲਯੁਗ ਦਾ ਪ੍ਰਤਾਪ ਬਹੁਤ ਵਰਤ ਰਿਹਾ ਹੈ, ਤੇ ਕੀ ਕਰਨਾ ਚਾਹੀਦਾ? ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੱਸਦੇ ਹੈ, ਕਹਿੰਦੇ ਕਿ ਭਾਈ ਸੰਸਾਰ ਦੁਖੀ ਹੈ, ਕਲਯੁਗ ਤਾਂ ਹੈ ਹੀ। ਜਿਵੇਂ ਧੁੱਪ ਹੁੰਦੀ ਹੈ, ਜੇ ਕੋ ਇਹੀ ਆਖੀ ਜਾਵੇ ਧੁੱਪ ਬਹੁਤ ਹੈ ਧੁੱਪ ਬਹੁਤ ਹੈ, ਖੜਾ ਧੁੱਪੇ ਹੀ ਰਵੇ, ਤਪਸ਼ ਲੱਗੇਗੀ। ਉਹਨੂੰ ਧੁੱਪ ਤੋਂ ਬਚਣ ਵਾਸਤੇ ਉਪਾਅ ਕਰਨਾ ਚਾਹੀਦਾ। ਜਿਵੇਂ ਛਤਰੀ ਲੈ ਲੈਣੀ, ਕਿਸੇ ਛੱਤ ਹੇਠਾਂ ਹੋ ਜਾਣਾ, ਰੁੱਖ ਹੇਠਾਂ ਚਲੇ ਜਾਣਾ, ਫਿਰ ਛਾਂ ਦੇ ਕਾਰਨ ਧੁੱਪ ਤੋਂ ਬਚ ਸਕਦਾ। ਫਿਰ ਮਹਾਰਾਜ ਜੀ ਪ੍ਰਮਾਣ ਦੇ ਕੇ ਸਮਝਾਇਆ ਕਿ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਨਾ, ਦਾਵਾ ਅੱਗ, ਉਹ ਦਾਵਾ ਅਗਣ ਦੇ ਨਾਲ ਸਾਰਾ ਜੰਗਲ ਸੜਨ ਲੱਗ ਜਾਂਦਾ ਹੈ। ਉਹਦੇ ਵਿੱਚ ਜਿੰਨੇ ਜੀਵ ਜੰਤੂ ਰਹਿੰਦੇ ਹੈ, ਜਦੋਂ ਉਹਨਾਂ ਨੂੰ ਤਪਸ਼ ਲੱਗਦੀ ਹੈ, ਉਹ ਭੱਜ ਕੇ ਨਦੀ ਵਿੱਚ ਛਾਲਾਂ ਮਾਰ ਦਿੰਦੇ ਆ, ਤੇ ਪਾਣੀ ਦੇ ਨਾਲ ਉਹ ਨਦੀ ਵਿੱਚ ਪੈ ਕੇ ਆਪਣੀ ਜਾਨ ਬਚਾ ਲੈਂਦੇ ਆ। ਕਿਉਂ? ਪਾਣੀ ਵਿੱਚ ਤਪਸ਼ ਘੱਟ ਲੱਗਦੀ ਹੈ, ਤਾਂ ਨਦੀ ਦੇ ਜਲ ਵਿੱਚ ਪੈ ਕੇ ਜਾਨਵਰ ਆਪਣੀ ਜਾਨ ਬਚਾ ਲੈਂਦੇ ਜੰਗਲ ਦੇ। ਜਿਹੜੇ ਨਹੀਂ ਭੱਜ ਕੇ ਜਾਂਦੇ ਨਦੀ ਅੰਦਰ, ਉਹ ਜੰਗਲ ਦੀ ਅੱਗ ਦੀ ਲਪੇਟ ਵਿੱਚ ਆ ਜਾਂਦੇ, ਮਰ ਜਾਂਦੇ, ਸੜ ਜਾਂਦੇ। ਇਸੇ ਤਰ੍ਹਾਂ ਸਾਧ ਸੰਗਤ ਜੀ ਕਲਯੁਗ ਦੀ ਅੱਗ ਤਾਂ ਲੱਗੀ ਹੋਈ ਹੈ, ਸਭ ਜਾਣਦੇ ਆ। ਸੰਸਾਰ ਰੂਪੀ ਜੰਗਲ ਜਾਂ ਕਲਯੁਗ ਦੇ ਸਮੇਂ ਅੰਦਰ ਸੰਸਾਰ ਰੂਪੀ ਜੰਗਲ ਨੂੰ ਤ੍ਰਿਸ਼ਨਾ ਵਿਕਾਰਾਂ ਰੂਪੀ ਅੱਗ ਲੱਗੀ ਹੈ। ਸੰਸਾਰ ਸੜਦਾ ਹੈ, ਤੇ ਜੇ ਕੋਈ ਆਖੇ ਵੀ ਸੰਸਾਰ ਸੜਦਾ ਹੈ, ਫਿਰ ਉਹਦਾ ਉਪਾਅ ਕਰਨਾ ਚਾਹੀਦਾ। ਜਿਵੇਂ ਉਹ ਜਾਨਵਰਾਂ ਨੇ ਜੰਗਲ ਨੂੰ ਲੱਗੀ ਅੱਗ ਵੇਖ ਕੇ ਨਦੀ ਵਿੱਚ ਛਾਲਾਂ ਮਾਰ ਦਿੰਦੇ, ਬਚ ਰਹਿੰਦੇ ਹੈ। ਉਸੇ ਤਰ੍ਹਾਂ ਸਾਨੂੰ ਸਾਧ ਸੰਗਤ ਜੀ ਸੰਸਾਰ ਰੂਪੀ ਜੰਗਲ ਨੂੰ ਵਿਕਾਰਾਂ ਰੂਪੀ ਅੱਗ ਲੱਗੀ ਵੇਖ ਕੇ ਇਹ ਜੀਵ ਰੂਪੀ ਜਿਹੜੇ ਹਰਨ ਆ, ਅਸੀਂ ਜੀਵ ਕੀ ਕਰੀਏ? ਉਹਨਾਂ ਤਾਂ ਨਦੀ 'ਚ ਛਾਲ ਮਾਰ ਕੇ ਜਾਨਵਰਾਂ ਨੇ ਆਪਦੀ ਜਾਨ ਬਚਾ ਲਈ ਹੈ, ਅਸੀਂ ਕਿੱਧਰ ਜਾਈਏ? ਤਾਂ ਮਹਾਰਾਜ ਕਹਿੰਦੇ ਸੰਗਤ ਜਿਹੜੀ ਨਦੀ ਵਰਗੀ ਹੈ, ਵੀ ਜੇਕਰ ਤੁਹਾਨੂੰ ਵਿਕਾਰਾਂ ਦੀ ਅੱਗ ਦੇ ਦੁੱਖ ਲੱਗਦਾ, ਜੀਵ ਦੁਖੀ ਹੈ, ਸੰਗਤ ਸਾਧ ਸੰਗ ਜੀ ਨਦੀ ਹੈ, ਇਹਦੇ ਵਿੱਚ ਪੈ ਜਾਓ, ਵਿਕਾਰਾਂ ਦੀ ਅੱਗ ਤੋਂ ਬਚ ਜਾਈਦਾ। ਹੁਣ ਵੇਖੋ, ਇੱਥੇ ਆਪ ਜੀ ਗੁਰੂ ਦਰਬਾਰਾਂ ਅੰਦਰ ਸੱਜ ਬੈਠੇ ਹੋ, ਬਾਹਰ ਕੀ ਕੁਝ ਹੋਈ ਜਾਂਦਾ ਹੋ, ਸੰਸਾਰ ਕਿੱਡਾ ਵੱਡਾ ਹੈ, ਕਿੰਨੇ ਲੋਕ ਵਿਸ਼ੇ ਭੋਗ ਰਹੇ ਹੋਣੇ ਆ, ਹਾਲਾਂਕਿ ਅੰਮ੍ਰਿਤ ਵੇਲਾ। ਕਿੰਨੇ ਜੀਵ ਇਹੋ ਜਿਹੇ ਆ ਜਿਹੜੇ ਪਾਪ ਕਰਮ ਨੂੰ ਤੁਰੇ ਹੋਣੇ ਆ, ਦਿਨ ਚੜ੍ਹ ਗਿਆ, ਚੱਲੋ ਠੱਗੀ ਮਾਰਨ ਚੱਲਦੇ ਆ,
ਚਲੋ ਕੱਲ ਪਾਪ ਜਿਹੜਾ ਕੰਮ ਕਰਨਾ ਸੀ ਉਹ ਅੱਧਾ ਰਹਿ ਗਿਆ, ਅੱਜ ਦਿਨ ਚੜ ਗਿਆ, ਉਹ ਰਹਿੰਦਾ ਕਾਰਜ ਸਵਾਰ ਲਈਏ। ਕਿੰਨੇ ਲੋਕ ਹੈ ਜਿਹੜੇ ਸੰਸਾਰਕ ਵਿਹਾਰਾਂ ਨੂੰ ਤੁਰੇ, ਠੱਗੀਆਂ ਮਾਰਨ ਤੁਰ ਪਏ ਹੋਣੇ ਦਿਨ ਚੜ੍ਹੇ ਤੇ ਇੱਥੇ ਸੰਗਤ ਵਿੱਚ ਸਾਧ ਸੰਗਤ ਜੀ ਕੋਈ ਇਹੋ ਜਿਹਾ ਫੁਰਨਾ ਵੀ ਨਹੀਂ ਆਉਂਦਾ, ਕਿਉਂਕਿ ਬਾਣੀ ਦਾ ਪ੍ਰਤਾਪ ਵਰਤਦਾ ਸੰਗਤ ਵਿੱਚ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਇੱਥੇ ਨਾਮ ਦੀ ਗੱਲ ਹੁੰਦੀ ਹੈ। ਪਰਮੇਸ਼ਰ ਜਿਹੜਾ ਨਾਮ ਹੈ ਉਹ ਪਰਮੇਸ਼ਰ ਦਾ ਜਨਾਇਕ ਹੈ। ਝਾਟੀ ਗੁਰੂ ਰਾਮ ਕਵੇ, ਵਾਹਿਗੁਰੂ ਕਵੇ, ਉਸੇ ਵੇਲੇ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮੂਰਤ ਧਿਆਨ ਵਿੱਚ ਆ ਜਾਂਦੀ, ਅੱਖਾਂ ਅੱਗੇ ਆ ਜਾਂਦੀ ਹੈ। ਤੋ ਇਹੋ ਜਿਹੇ ਵਿਕਾਰਾਂ ਤੋਂ ਬਚਣ ਵਾਸਤੇ ਮਹਾਰਾਜ ਕਹਿੰਦੇ ਹਰ ਕਾ ਨਾਮ ਜਪਤ, ਹਰੀ ਦਾ ਨਾਮ ਜਪ ਹੋਏ ਸੁਖੀਆ, ਸੌਖਾ ਹੋ ਜਾਵੇਗਾ, ਤੇਰੀ ਜਿੰਦ ਛੁੱਟੀ ਰਹੇਗੀ ਇਹਨਾਂ ਦੁੱਖਾਂ ਤੋਂ। ਲੱਖ ਕਰੋੜੀ ਬੰਧਨ ਪਰੈ। ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰਦੇ ਆ, ਜੇਕਰ ਭਾਈ ਕਿਸੇ ਨੂੰ ਲੱਖ ਕਰੋੜ ਲੱਖਾਂ ਕਰੋੜਾਂ ਬੰਧਨ ਪਰੈ, ਬੰਧਨ ਵੀ ਪੈ ਜਾਣ, ਫਾਹੀਆਂ ਪੈ ਜਾਣ, ਕਰਤਾ ਭੋਗਤਾ ਹੰਗਤਾ ਮਮਤਾ ਇਤਿਆਦਿਕ ਜਿਹੜੇ ਬੰਧਨ ਮੰਨੇ ਆ ਉਹ ਪ੍ਰਾਣੀ ਨੂੰ ਪੈ ਜਾਣ, ਉਸ ਤਰ੍ਹਾਂ ਪਾਠ ਸਾਧ ਸੰਗ ਜੀ ਇੱਥੇ ਬੰਧ ਨਾ ਪਰੈ। ਵਿਆਕਰਨ ਵਾਲਿਆਂ ਨੇ ਧੱਦੇ ਨੂੰ ਔਂਕੜ ਹੋਣ ਕਰਕੇ ਨੰਨਾ ਅੱਡ ਕੀਤਾ, ਪਰ ਪ੍ਰਕਰਨ ਅਨੁਸਾਰ ਸੰਪਰਦਾਵਾਂ ਅੰਦਰ ਇਹਨੂੰ ਬੰਧਨ ਪਾਠ ਮੁੱਖ ਮੰਨਿਆ ਜਾਂਦਾ, ਕਿਉਂਕਿ ਬੜੀ ਥਾਂ ਤੇ ਔਂਕੜ ਵਿਚਕਾਰਲੇ ਅੱਖਰਾਂ ਨੂੰ ਆਉਂਦਾ ਹੀ ਹੈ। ਤੋ ਜਿਵੇਂ ਜਮਨ ਪਾਠ ਵੀ ਆਉਂਦਾ, ਇਸ ਕਰਕੇ ਸੰਪਰਦਾਵਾਂ ਅੰਦਰ ਮੁੱਖ ਪਾਠ ਬੰਧਨ ਮੰਨਿਆ, ਨੰਨੇ ਸਮੇਤ ਲੱਖ ਕਰੋੜੀ ਬੰਧਨ ਪਰ। ਜੇਕਰ ਜੀਵ ਨੂੰ ਲੱਖਾਂ ਕਰੋੜਾਂ ਬੰਧਨ ਪੈ ਜਾਣ ਕਿਸੇ ਕਾਰਨ, ਹਰ ਕਾ ਨਾਮ ਜਪਤ ਨਿਸਤਰੈ। ਹਰੀ ਪਰਮੇਸ਼ਰ ਦਾ ਨਾਮ ਜੇ ਜਾਪ ਲਵੇ ਤੇ ਨਿਸਤਰ ਤਰ ਜਾਂਦਾ। ਜੇ ਹਰੀ ਦਾ ਨਾਮ ਜਪ ਲਵੇ ਤੇ ਸਾਰਿਆਂ ਬੰਧਨਾਂ ਤੋਂ ਛੁੱਟ ਜਾਂਦਾ ਹੈ। ਲੱਖਾਂ ਕਰੋੜਾਂ ਪਏ ਹੋਏ ਬੰਧਨਾਂ ਤੋਂ ਛੁੱਟੀ ਦਾ ਕਿਵੇਂ? ਹਰੀ ਦਾ ਨਾਮ ਜਪ ਕੇ ਨਿਸਤਾਰਾ ਹੋ ਜਾਂਦਾ ਹੈ। ਪਰਮੇਸ਼ਰ ਉਹਦੀ ਲਾਜ ਰੱਖਦਾ ਕਰੋੜਾਂ ਬੰਧਨਾਂ ਤੋਂ, ਚਾਹੇ ਉਹ ਜੰਮਣ ਮਰਨ ਦਾ ਹੀ ਬੰਧਨ ਕਿਉਂ ਨਾ ਹੋਵੇ। ਵਾਹਿਗੁਰੂ ਦਾ ਨਾਮ ਵੱਡਾ ਹੈ, ਪਰਮੇਸ਼ਰ ਦੀ ਭਗਤੀ ਵੱਡੀ ਹੈ, ਉਹਨੂੰ ਯਾਦ ਕਰਨਾ, ਉਹਦਾ ਸਿਮਰਨ ਵੱਡਾ। ਹਰੀ ਦਾ ਨਾਮ ਜਪਿਆ ਕਰੋੜਾਂ ਬੰਧਨਾਂ ਤੋਂ ਨਿਸਤਾਰਾ ਇਹ ਜੀਵ ਤੇਰਾ ਹੋ ਜਾਵੇਗਾ। ਅਨੇਕ ਮਾਇਆ ਰੰਗ ਤਿਖ ਨਾ ਬੁਝਾਵੈ। ਅੱਗੇ ਮਹਾਰਾਜ ਕਿਰਪਾ ਕਰਦੇ ਆ, ਨਾਨਾ ਤਰ੍ਹਾਂ ਦੀ ਅਨੇਕਾਂ ਮਾਇਆ ਦੇ ਰੰਗ ਹੋਣ। ਅਸੀਂ ਇਕੱਲੇ ਸਾਧ ਸੰਗਤ ਜੀ ਨੋਟਾਂ ਨੂੰ, ਦਮੜਿਆਂ ਨੂੰ, ਤੇਲਿਆਂ ਨੂੰ ਮਾਇਆ ਜਾਣਦੇ ਹਾਂ। ਮਾਇਆ ਦੇ ਕਈ ਰੂਪ ਹਨ। ਮਾਇਆ ਕੀ ਹੈ? ਜਿਹਨੇ ਸਾਧ ਸੰਗਤ ਜੀ ਇਸ ਸੰਸਾਰ ਨੂੰ ਤ੍ਰੈ ਗੁਣੀ ਬਣਾ ਕੇ ਤੇ ਚਲਾਇਆ ਹੋਇਆ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਰਜੋ ਤਮੋ ਸਤੋ, ਇਹ ਗੁਣਾਂ ਦੇ ਨਾਲ ਸੰਸਾਰ ਚੱਲੀ ਜਾਂਦਾ। ਇਹਨਾਂ ਦੀ ਜਣਨੀ ਮਾਇਆ ਹੈ। ਤੋ ਮਾਇਆ ਦਾ ਰੰਗ ਰੂਪ ਇੱਕ ਨਹੀਂ ਹੈ। ਮਾਇਆ ਦਾ ਮੁੱਖ ਰੂਪ ਦਮੜੇ ਪੈਸਿਆਂ ਨੂੰ ਮੰਨਿਆ ਜਾਂਦਾ। ਉਹ ਇਸ ਲਈ ਮੰਨਿਆ ਜਾਂਦਾ ਕਿਉਂਕਿ ਇਹ ਮਾਇਆ, ਇਹ ਦਮੜੇ ਜਿਹੜੇ ਆ ਪੈਸੇ, ਇਹਨਾਂ ਨੇ ਸਭ ਤੋਂ ਵੱਧ ਪ੍ਰਾਣੀ ਦੀ ਮੱਤ ਮਾਰੀ ਹੈ। ਇਹਨਾਂ ਨੂੰ ਕਮਾਉਣ ਖਾਤਰ ਸਭ ਤੋਂ ਵੱਧ ਸਾਧ ਸੰਗ ਦੀ ਪਾਪ ਹੁੰਦਾ। ਕਾਮੀ ਪੁਰਸ਼ ਵਾਸਤੇ ਸਾਧ ਸੰਗ ਦੀ ਇਸਤਰੀ ਮਾਇਆ ਹੈ, ਕਾਮਣ ਇਸਤਰੀ ਵਾਸਤੇ ਪੁਰਸ਼ ਮਾਇਆ ਹੈ। ਫਿਰ ਬੱਚੇ ਵੀ ਮਾਇਆ ਦੇ ਰੂਪ ਹਨ, ਕਿਉਂਕਿ ਜਕੜ ਲੈਂਦੇ ਆ ਨਾ। ਜੇ ਬੱਚਿਆਂ ਦੇ ਕਾਰਨ ਪਰਮੇਸ਼ਰ ਦੀ ਬੰਦਗੀ ਵਿੱਚ ਰੁਕਾਵਟ ਪੈਂਦੀ, ਮੁੱਕਦੀ ਗੱਲ ਉਹ ਹਰ ਵਸਤੂ ਮਾਇਆ ਹੈ ਜਿਹਦੇ ਚਿੱਤ ਵਿੱਚ ਆਉਣ ਕਰਕੇ ਪਰਮੇਸ਼ਰ ਵਿਸਰ ਜਾਂਦਾ। ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਉਹ ਹਰੇਕ ਵਸਤੂ ਮਾਇਆ ਦਾ ਰੂਪ ਹੈ, ਵੱਖੋ ਵੱਖਰੇ ਰੂਪ ਹਨ। ਅਤੇ ਉਹ ਜਾਣ ਲਓ ਉਹ ਮਾਇਆ ਹੈ ਜਿਹਦੇ ਵਿੱਚ ਰਹਿ ਕੇ
ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ। ਤੋ ਇਹ ਮਾਇਆ ਦੇ ਜਿਹੜੇ ਨਾਨਾ ਰੰਗ ਹਨ, ਬੇਅੰਤ ਰੰਗਾਂ ਦੀ ਜਿਹੜੀ ਮਾਇਆ ਹੈ, ਬੇਅੰਤ ਰੂਪ ਹਨ, ਇਹ ਵੀ ਪ੍ਰਾਣੀ ਦੇ ਪਾਸ ਹੋਣ, ਪੁੱਤਰ ਧੀਆਂ, ਦੌਲਤ ਸ਼ੌਹਰਤ ਹੋਵੇ, ਵਡਿਆਈ ਵੀ ਇੱਕ ਤਰ੍ਹਾਂ ਦੀ ਮਾਇਆ ਹੈ। ਮਾਣ ਕਈਆਂ ਨੂੰ ਹਾਸਲ ਕਰਨ ਦੀ ਬੜੇ ਸੁਭਾਅ ਬਣਿਆ ਹੁੰਦਾ ਵੀ ਜਿੱਥੇ ਜਾਈਏ ਉੱਥੇ ਸਾਡੀ ਨਾਂ ਦੇ ਜਕਾਰੇ ਲੱਗਣ, ਸਾਨੂੰ ਵਾਹ ਵਾਹ ਹੋਈ ਜਾਵੇ, ਸਾਡੇ ਨਾਮ ਦੀ ਬੜੀ ਸ਼ੋਭਾ ਹੋਵੇ। ਇਹ ਵੀ ਇੱਕ ਮਾਇਆ ਦਾ ਰੂਪ ਹੈ। ਤੋ ਇਸ ਤਰ੍ਹਾਂ ਦੀ ਸਭ ਤਰ੍ਹਾਂ ਦੀ ਮਾਇਆ ਜੇਕਰ ਪ੍ਰਾਣੀ ਦੇ ਪਾਸ ਹੋਵੇ ਵੀ, ਮਹਾਰਾਜ ਕਹਿੰਦੇ ਤਿਖ ਨਾ ਬੁਝਾਵੇ, ਫਿਰ ਵੀ ਜਿਹੜੀ ਇਹਦੀ ਤ੍ਰਿਸ਼ਨਾ ਹੈ ਨਾ, ਉਹ ਨਹੀਂ ਬੁਝਾ ਸਕਦੀ। ਮਾਇਆ ਬੰਦੇ ਦੀ ਤ੍ਰਿਸ਼ਨਾ ਨਹੀਂ ਬੁਝਾ ਸਕਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਚਾਹੇ ਲੱਖਾਂ ਜੋੜ ਲਵੇ, ਕਰੋੜਾਂ ਜੋੜ ਲਵੇ, ਮਾਇਆ ਸਾਧ ਸੰਗੀ ਤ੍ਰਿਖਾ ਨਹੀਂ ਬੁਝਾਉਂਦੀ। ਕਿਵੇਂ ਨਹੀਂ ਬੁਝਾਉਂਦੀ? ਜਿਵੇਂ ਅੱਗ ਬਾਲੀਏ ਤੇ ਅੱਗ, ਹੁਣ ਅੱਗ ਤਾਂ ਲੱਕੜ ਮੰਗੀ ਜਾਂਦੀ ਹੈ, ਅੱਗ ਦੇ ਵਿੱਚ ਲੱਕੜਾਂ ਸੁੱਟੀਏ ਤੇ ਜੇ ਆਖੀ ਲੱਕੜਾਂ ਸੁੱਟ ਸੁੱਟ ਕੇ ਅੱਗ ਨੂੰ ਰੁਝਾ ਦੇਵਾਂਗੇ, ਕਦੇ ਅੱਗ ਵੀ ਲੱਕੜਾਂ ਨਾਲ ਰੱਜੀ ਹੈ। ਇਸ ਤਰ੍ਹਾਂ ਸਾਧ ਸੰਗੀ ਸਾਡਾ ਮਨ ਦੀ ਹਾਲਤ ਹੈ, ਤ੍ਰਿਸ਼ਨਾ ਸਾਡੀ ਅੱਗ ਵਾਂਗੂ ਬਲਦੀ ਹੈ। ਇਹਦੇ ਵਿੱਚ ਪਦਾਰਥਾਂ ਰੂਪੀ ਜਿੰਨੀ ਮਰਜ਼ੀ ਲੱਕੜ ਸੁੱਟੋ, ਕਦੀ ਤ੍ਰਿਸ਼ਨਾ ਨਹੀਂ ਇਹਨੂੰ ਤ੍ਰਿਪਤੀ ਨਹੀਂ ਆਵੇਗੀ। ਜਿਵੇਂ ਅੱਗ ਲੱਕੜਾਂ ਨਾਲ ਨਹੀਂ ਰੱਜਦੀ, ਬੰਦੇ ਦਾ ਮਨ ਸਾਧ ਸੰਗੀ ਸੁੱਖਾਂ ਨਾਲ ਤੇ ਭੋਗ ਪਦਾਰਥਾਂ ਨਾਲ, ਮਾਇਆ ਨਾਲ, ਕੋਠੀਆਂ ਕਾਰਾਂ ਗੱਡੀਆਂ ਦੇ ਨਾਲ ਕਦੇ ਰੱਜਦਾ ਨਹੀਂ। ਤੋ ਅਨੇਕਾਂ ਮਾਇਆ ਦੇ ਰੰਗ ਹੋਣ ਤਾਂ ਵੀ ਮਹਾਰਾਜ ਕਹਿੰਦੇ ਤੇਰੀ ਤ੍ਰਿਖਾ ਨਾ ਬੁਝਾਵੇ, ਤੇਰੀ ਤ੍ਰਿਸ਼ਨਾ ਨਹੀਂ ਬੁਝੇਗੀ। ਹਰ ਕਾ ਨਾਮ ਜਪਤ ਆਘਾਵੈ। ਤੇ ਫਿਰ ਬੇਨਤੀ ਕਰੀਏ ਮਹਾਰਾਜ, ਫਿਰ ਤ੍ਰਿਸ਼ਨਾ ਬੁਝੇਗੀ ਕਿਵੇਂ? ਕੀ ਇਹ ਬੁਝਦੀ ਨਹੀਂ? ਮਹਾਰਾਜ ਕਹਿੰਦੇ ਨਹੀਂ ਬੁਝੇਗੀ। ਸਤਿਗੁਰੂ ਜੀ ਕਿਵੇਂ ਤ੍ਰਿਸ਼ਨਾ ਬੁਝਦੀ? ਹਰ ਕਾ ਨਾਮ ਜਪਤ ਆਘਾਵੈ। ਗਰੀਬ ਨਿਵਾਜ ਕਹਿੰਦੇ ਹਰੀ ਦਾ ਨਾਮ ਜਿਹੜਾ ਨਾ, ਇਹ ਜਾਪ ਕੀ ਹੋਵੇਗਾ? ਆਘਾਵੈ ਨਾਮ ਰੱਜ ਗਏ ਦਾ, ਰੱਜ ਜਾਈਦਾ। ਜਿਵੇਂ ਅੱਗ ਲੱਕੜਾਂ ਨਾਲ ਤਾਂ ਬੁਝਦੀ ਨਹੀਂ, ਰੱਜਦੀ ਨਹੀਂ, ਪਰ ਉਸੇ ਅੱਗ ਵਿੱਚ ਪਾਣੀ ਪਾਓ ਤੇ ਝੱਟ ਹੀ ਅੱਗ ਸਾਧ ਸੰਗ ਦੀ ਬੁਝ ਆਉਂਦੀ ਹੈ। ਹਰੀ ਪਰਮੇਸ਼ਰ ਦਾ ਨਾਮ ਤ੍ਰਿਸ਼ਨਾ ਨੂੰ ਨਾਸ਼ ਕਰਨ ਵਾਸਤੇ ਪਾਣੀ ਵਰਗਾ ਹੈ। ਜਦੋਂ ਹੀ ਵਾਹਿਗੁਰੂ 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 ਜਪੋ, ਮਨ ਨੂੰ ਰੱਜ ਆ ਜਾਂਦਾ। ਨਾ ਤਾਂ ਸਾਧ ਸੰਗ ਦੀ ਪਦਾਰਥਾਂ ਨਾਲ ਰੱਜ ਆਵੇ, ਨਾ ਮਾਇਆ ਨਾਲ, ਨਾ ਸੋਹਣੇ ਖਾਣੇ, ਨਾ ਕੱਪੜੇ ਨਾਲ। ਜੇ ਰੱਜ ਆਉਂਦਾ ਨਾਮ ਨੂੰ ਤੇ ਕੇਵਲ ਵਾਹਿਗੁਰੂ ਨਾਮ ਦੇ ਨਾਲ ਰੱਜ ਆਉਂਦਾ ਹੈ। ਹੇ ਮੇਰੇ ਮਨਾ, ਹਰੀ ਦਾ ਨਾਮ ਜਪ ਲੈ, ਆਘਾਵੈ ਰੱਜ ਜਾਵੇਂਗਾ। ਜਿਹ ਮਾਰਗ ਇਹੋ ਜਾਤ ਇਕੇਲਾ। ਅੱਗੇ ਮਹਾਰਾਜ ਪ੍ਰਾਣੀ ਦੇ ਅੰਤਲੇ ਸਮੇਂ ਤੋਂ ਬਾਅਦ ਦਾ ਪ੍ਰਕਰਨ ਦੱਸਦੇ ਹੈ ਵੀ ਜਿਸ ਜਮਾਂ ਦੇ ਰਾਸਤੇ ਤੇ ਤੂੰ ਇਕੱਲਾ ਜਾਣਾ, ਤੇਰੇ ਨਾਲ ਤਾਂ ਨਹੀਂ ਜਾਣਾ ਕਿਸੇ ਨੇ। ਜਿਸ ਰਸਤੇ ਤੇ ਇਹ ਪ੍ਰਾਣੀ ਜੀਵ ਤੂੰ ਇਕੱਲੇ ਨੇ ਜਾਣਾ ਹੈ, ਚੜ੍ਹਾਈ ਕਰਨ ਪਿੱਛੋਂ ਆ ਜਦੋਂ ਸਰੀਰ ਨਸੇਗਾ, ਨਾਸ਼ ਹੋਵੇਗਾ, ਤੇ ਇਹ ਪ੍ਰਾਣੀ ਇਕੱਲਾ ਜਾਵੇਗਾ ਉਸ ਜਮਾਂ ਦੇ ਰਸਤੇ ਤੇ। ਤਹ ਹਰ ਨਾਮ ਸੰਗ ਹੋਤ ਸੁਹੇਲਾ। ਤੇ ਉਥੇ ਇਹ ਭਲੇ ਇਹ ਮੂਰਖ ਮਨਾ, ਜਿੱਥੇ ਤੇਰੇ ਨਾਲ ਕਿਸੇ ਨਹੀਂ ਜਾਣਾ, ਉਥੇ ਹਰੀ ਦਾ ਨਾਮ ਤੇਰੇ ਨਾਲ ਹੋਵੇਗਾ, ਸੁੱਖ ਦੇਣ ਵਾਲਾ ਨਾਮ ਤੇਰੇ ਨਾਲ ਹੋਵੇਗਾ। ਪਰ ਸਾਧ ਸੰਗਤ ਜੀ ਅਸੀਂ ਮੰਨਦੇ ਹੀ ਨਹੀਂ। ਸਾਨੂੰ ਇਉਂ ਪ੍ਰਤੀਤ ਹੁੰਦਾ ਵੀ ਮੇਰੇ ਪੁੱਤਰ ਧੀਆਂ ਇਹ ਸਾਰਾ ਕੁਝ ਮੇਰਾ ਹੈ ਤੇ ਮੇਰੇ ਨਾਲ ਜਾਵੇਗਾ, ਮਾਇਆ ਵੀ ਮੇਰੇ ਨਾਲ ਜਾਵੇਗੀ। ਪਰ ਭੁਲੇਖਾ ਪਿਆ ਹੋਇਆ ਬੜਾ ਵੱਡਾ। ਜਾਣਾ ਇਹਨਾਂ ਵਿੱਚੋਂ ਕੁਝ ਵੀ ਨਾਲ ਨਹੀਂ। ਜਾਣਾ ਦੂਰ ਦੀ ਗੱਲ ਸਾਧ ਸੰਗਤ ਜੀ, ਆਵਤ ਕਿਨਾਂ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਕਿਸੇ ਤੋਂ ਜਾਣ ਲੱਗਿਆ ਰੋਕਿਆ ਵੀ ਨਹੀਂ ਜਾਣਾ, ਜਿੰਨੇ ਮਰਜ਼ੀ ਉਪਾਅ ਕਰ ਲਵੇ। ਕਹਿੰਦੇ ਇੱਕ ਰਾਜਾ ਸੋਹਣਾ ਰਾਜ ਭਾਗ ਸਾਂਭ ਕੇ ਆਪਣਾ ਦੇਸ਼ ਚਲਾ ਰਿਹਾ ਹੈ, ਬੜਾ ਵਿਸ਼ਈ ਸੀ। ਤੋ ਕੁਝ ਸਮਾਂ ਇਉਂ ਬੀਤਿਆ। ਆਪ ਤਾਂ ਰਾਜਾ
ਧੰਦਿਆਂ ਵਿੱਚ ਫਸਿਆ ਹੋਇਆ। ਪਰ ਇਹਦੀ ਜਿਹੜੀ ਰਾਣੀ ਸੀ ਉਹ ਬਹੁਤ ਜਪ ਤਪ ਵਾਲੀ ਸੀ। ਉਹ ਮਾਈ ਦਾ ਸੁਭਾਅ ਸੀਗਾ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਸਮਾਂ ਨਾਮ ਸਿਮਰਨ ਨਾ ਕਰ ਲਵੇ ਓਨਾ ਸਮਾਂ ਉਹ ਮਾਈ ਜਿਹੜੀ ਆ ਕਦੇ ਵੀ ਕੁਝ ਛਕਿਆ ਨਾ ਕਰਦੀ। ਤੋ ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਉਹ ਰਾਣੀ ਰੋਜ਼ ਰਾਜੇ ਨੂੰ ਆਖਿਆ ਕਰੇ ਕਿ ਹੇ ਰਾਜਨ, ਇਹ ਮਨੁੱਖਾ ਦੇਹੀ ਜਿਹੜੀ ਆ ਇਹ ਨਾਮ ਜਪਣ ਵਾਸਤੇ ਮਿਲੀ ਹੈ। ਤੂੰ ਸ਼ਰਾਬਾਂ ਪੀਨਾ, ਵਿਸ਼ੇ ਭੋਗਦਾ ਹੈ, ਇਸ ਕੰਮ ਵਾਸਤੇ ਮਨੁੱਖਾ ਦੇਹੀ ਮਿਲੀ ਨਹੀਂ। ਉਹ ਰਾਜਾ ਹੱਸ ਕੇ ਉਹਦੀ ਗੱਲ ਟਾਲ ਦਿਆ ਕਰੇ। ਚਲੋ ਕੁਝ ਸਮਾਂ ਬਤੀਤ ਹੋਇਆ। ਇੱਕ ਦਿਨ ਰਾਣੀ ਨੇ ਰਾਜੇ ਨੂੰ ਕਹਿ ਦਿੱਤਾ ਵੀ ਰਾਜਨ, ਰਾਜਾ ਪੁੱਛਦਾ ਵੀ ਮੈਂ ਤੈਨੂੰ ਕਿਸ ਤਰ੍ਹਾਂ ਦਾ ਲੱਗਦਾ, ਮੇਰੀ ਬਾਬਤ ਤੇਰਾ ਕੀ ਵਿਚਾਰ ਹੈ। ਉਹ ਰਾਣੀ ਕਹਿੰਦੀ ਕਿ ਜੇ ਗੁੱਸਾ ਨਾ ਕਰੋ ਪਤੀ ਦੀ, ਤੇ ਮੇਰੇ ਵਾਸਤੇ ਤੁਸੀਂ ਮੂਰਖ ਹੋ। ਹੁਣ ਰਾਜਾ ਸਮਝਦਾਰ ਸੀ ਇਸ ਗੱਲੋਂ ਵੀ ਮੇਰੀ ਰਾਣੀ ਬਾਣੀ ਪੜ੍ਹਨ ਵਾਲੀ, ਜਪ ਤਪ ਕਰਨ ਵਾਲੀ ਹੈ। ਜੇ ਇਹਨੇ ਮੈਨੂੰ ਮੂਰਖ ਕਿਹਾ ਤੇ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਮਨੋਰਥ ਹੋਵੇਗਾ। ਰਾਣੀ ਆ ਮੂਰਖ ਨਹੀਂ ਕਹਿੰਦੀ। ਚਲੋ ਉਹ ਰਾਜੇ ਨੇ ਸਾਰੇ ਮੂਰਖ ਇਕੱਠੇ ਕਰ ਲਏ, ਟੋਂਡੀ ਪਟਵਾ ਕੇ। ਬੜੇ ਮੂਰਖ ਰਾਜ ਦੇ ਦਰਬਾਰ ਵਿੱਚ ਆਣ ਇਕੱਠੇ ਹੋਏ। ਰਾਜ ਨੇ ਉਹਨਾਂ ਸਾਰਿਆਂ ਚੋਂ ਵੱਡਾ ਮੂਰਖ ਲੱਭ ਕੇ ਤੇ ਉਹਨੂੰ ਸੋਨੇ ਦੀ ਡੰਗੋਰੀ ਛਟੀ ਦੇ ਦਿੱਤੀ, ਡੰਡਾ ਦੇ ਦਿੱਤਾ। ਉਹ ਸੋਨੇ ਦੀ ਡਾਂਗ ਦੇ ਕੇ ਆਖਿਆ ਕਿ ਤੂੰ ਇਹ ਡਾਂਗ ਉਹਨੂੰ ਦੇਵੀਂ ਜਿਹੜਾ ਤੇਥੋਂ ਵੀ ਵੱਡਾ ਮੂਰਖ ਹੋਵੇਗਾ। ਉਹ ਡਾਂਗ ਲੈ ਕੇ ਜਿਹੜਾ ਵੱਡਾ ਮੂਰਖ ਸੀ ਉਹ ਘਰ ਨੂੰ ਚਲਾ ਗਿਆ। ਕੁਝ ਸਾਲ ਬਤੀਤੇ ਰਾਜਾ ਬੁੱਢਾ ਹੋਇਆ, ਕਿਸੇ ਕਾਰਨ ਬਿਮਾਰ ਹੋਇਆ ਤੇ ਮਰਨ ਕਿਨਾਰੇ ਜਦ ਪਹੁੰਚਿਆ, ਉਹਨੇ ਆਪਦੇ ਸੇਵਕਾਂ ਨੂੰ ਆਖਿਆ ਵੀ ਫਲਾਣੇ ਮੂਰਖ ਨੂੰ ਅਸੀਂ ਡਾਂਗ ਦਿੱਤੀ ਸੀ ਸੋਨੇ ਦੀ ਮੂਰਖ ਲੱਭਣ ਵਾਸਤੇ, ਵੀ ਵੱਡਾ ਮੂਰਖ ਲੱਭ, ਉਹਨੂੰ ਇੱਥੇ ਬੁਲਾਓ। ਉਹ ਮੂਰਖ ਆਇਆ, ਹੱਥ ਵਿੱਚ ਡਾਂਗ ਉਹਨੇ ਉਸੇ ਤਰ੍ਹਾਂ ਹੀ ਸੋਨੇ ਦੀ ਫੜੀ ਹੋਈ। ਰਾਜਾ ਕਹਿੰਦਾ ਤੈਨੂੰ ਦਿੱਤੀ ਸੀ ਡਾਂਗ ਵੀ ਤੂੰ ਵੱਡੇ ਮੂਰਖ ਨੂੰ ਦੇ ਦੇਈਂ, ਕੀ ਤੈਨੂੰ ਵੱਡਾ ਮੂਰਖ ਨਹੀਂ ਲੱਭਾ? ਕਹਿੰਦਾ ਰਾਜਨ ਅਜੇ ਤਲਾਸ਼ ਜਾਰੀ ਹੈ, ਅਜੇ ਨਹੀਂ ਮਿਲਿਆ। ਫਿਰ ਉਹ ਪੁੱਛਦਾ ਹੈ ਵੀ ਰਾਜਨ ਮੈਨੂੰ ਕਿਉਂ ਯਾਦ ਕੀਤਾ ਇੱਕੋ ਵਾਰੀ? ਰਾਜਾ ਕਹਿੰਦਾ ਹੁਣ ਸਾਡਾ ਅੰਤਲਾ ਸਮਾਂ ਆ ਗਿਆ, ਮੈਂ ਜਾ ਰਿਹਾ ਹਾਂ। ਮੂਰਖ ਨੂੰ ਆਦਤ ਹੁੰਦੀ ਹੈ ਪ੍ਰਸ਼ਨ ਕਰਨ ਦੀ। ਕਹਿੰਦਾ ਰਾਜੇ ਕਿੱਥੇ ਜਾ ਰਹੇ ਆ? ਉਹ ਮੂਰਖ ਕਹਿੰਦਾ ਕਿ ਤੂੰ ਕਿੱਥੇ ਜਾ ਰਿਹਾ? ਤੇ ਰਾਜਾ ਕਹਿੰਦਾ ਮੈਂ ਹੁਣ ਜਾ ਰਿਹਾ ਇਸ ਸੰਸਾਰ ਤੋਂ, ਅੱਗੇ ਚਲੇ ਜਾਣਾ। ਉਹ ਰਾਜਾ ਨੂੰ ਪੁੱਛਦਾ ਮੂਰਖ ਅੱਗੇ ਕਿੱਥੇ ਜਾਣਾ? ਰਾਜਾ ਕਹਿੰਦਾ ਮੈਨੂੰ ਵੀ ਨਹੀਂ ਪਤਾ। ਅੱਛਾ, ਤੇ ਰਾਜ ਭਾਗ ਨਾਲ ਲੈ ਜਾਣਾ ਫਿਰ? ਰਾਜਾ ਕਹਿੰਦਾ ਨਹੀਂ, ਇਹ ਵੀ ਇੱਥੇ ਹੀ ਰਹਿਣਾ। ਤੇਰੀ ਰਾਣੀ, ਤੇਰੇ ਧੀਆਂ ਪੁੱਤਰ, ਖਜ਼ਾਨੇ ਜਿਹੜਾ ਤੂੰ ਲੋਕਾਂ ਤੋਂ ਟੈਕਸ ਇਕੱਠਾ ਕੀਤਾ, ਇਹ ਵੀ ਨਾਲ ਜਾਣਾ ਹੋਣਾ। ਉਹ ਰਾਜਾ ਸਿਰ ਮਾਰਿਆ, ਕਹਿੰਦਾ ਨਹੀਂ, ਇਹ ਵੀ ਇੱਥੇ ਹੀ ਰਹਿ ਜਾਣਾ। ਤੇ ਵਾਪਸ ਕਦੋਂ ਆਏਗਾ? ਮੂਰਖ ਪੁੱਛਦਾ। ਉਹ ਰਾਜਾ ਕਹਿੰਦਾ ਮੈਂ ਜਿੱਥੇ ਜਾਣਾ ਉੱਥੋਂ ਵਾਪਸ ਨਹੀਂ ਆਉਣਾ। ਤੇ ਉਹ ਨਾਲ ਕੁਝ ਵੀ ਨਹੀਂ ਜਾਣਾ? ਮੂਰਖ ਪੁੱਛਦਾ। ਕਹਿੰਦਾ ਨਾ, ਇਕੱਲਾ ਹੀ ਆਇਆ ਸੀ। ਰਾਜਾ ਕਹਿੰਦਾ ਇਕੱਲੇ ਹੀ ਜਾਣਾ ਮੈਂ। ਉਹ ਮੂਰਖ ਨੇ ਡਾਂਗ ਹੱਥੋਂ ਕੀਤੀ ਅੱਗੇ ਤੇ ਕਹਿੰਦਾ ਲੈ ਰਾਜੇ ਡਾਂਗ ਤੂੰ ਫੜ, ਤੂੰ ਸਾਰਿਆਂ ਤੋਂ ਵੱਡਾ ਮੂਰਖ ਹੈ। ਸਾਰੀ ਉਮਰ ਤੂੰ ਲੋਕਾਂ ਨੂੰ ਜ਼ੁਲਮ ਕਰ ਕਰਕੇ ਪੈਸੇ ਇਕੱਠੇ ਕੀਤੇ, ਖਜ਼ਾਨੇ ਭਰੇ ਹੈ, ਕਿੱਡੇ ਸੋਹਣੇ ਤੇਰੇ ਮਹਿਲ ਹਨ। ਚਲੋ ਮੈਂ ਤਾਂ ਹੈ ਹੀ ਮੂਰਖ ਹਾਂ, ਪਰ ਤੂੰ ਰਾਜਾ ਹੋ ਕੇ ਵੀ ਕਿੱਡਾ ਵੱਡਾ ਮੂਰਖ ਹੈ। ਜਿਹੜੀਆਂ ਵਸਤੂਆਂ ਨਾਲ ਨਹੀਂ ਜਾਣੀਆਂ ਉਹ ਤੂੰ ਇਕੱਠੀਆਂ ਨਹੀਂ ਕੀਤੀਆਂ, ਜਿਹੜੀਆਂ ਵਸਤੂਆਂ ਨਾਲ ਨਹੀਂ ਜਾਣੀ ਉਹ ਇਕੱਠੀਆਂ ਕੀਤੀਆਂ। ਜਿਹੜੀ ਵਸਤੂ ਤੇਰੇ ਨਾਲ ਜਾਣੀ ਹੈ ਉਹ ਨਾਮ ਹੈ, ਉਹ ਤੂੰ ਕਦੇ ਜਪਿਆ ਹੀ ਨਹੀਂ। ਤੂੰ ਮੇਰੇ ਹਿਸਾਬ ਨਾਲ ਛੜੀ ਤੈਨੂੰ ਦੇਣੀ ਬਣਦੀ, ਤੂੰ ਸਾਰਿਆਂ ਤੋਂ ਵੱਡਾ ਮੂਰਖ ਹੈ। ਫਿਰ ਉਹ ਰਾਜੇ ਨੂੰ ਸਮਝਾਈ ਵੀ ਮੇਰੀ ਰਾਣੀ ਨੇ ਮੈਨੂੰ ਮੂਰਖ ਕਿਉਂ ਆਖਿਆ ਸੀ, ਵੀ ਮੈਂ ਸੱਚਮੁੱਚ ਹੀ ਮੂਰਖ ਹਾਂ। ਜਿਸ ਕੰਮ ਨੂੰ ਮਨੁੱਖਾ ਦੇਹੀ ਮਿਲੀ ਹੈ ਉਹ ਕੀਤਾ ਨਾ। ਤੋ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਆ ਕਿ ਜੇ ਕਿਸੇ ਤਰ੍ਹਾਂ ਇਹ ਸਾਧ ਸੰਗਤ ਜੀ ਪ੍ਰਾਣੀ ਜਦੋਂ ਚੜ੍ਹਾਈ ਕਰਦਾ ਤੇ ਜਿਸ ਰਸਤੇ ਦੇ ਇਕੱਲਾ ਜਾਂਦਾ,
ਕਿਸੇ ਜਾਣਾ ਨਹੀਂ, ਉਥੇ ਨਾਲ ਕੀ ਜਾਵੇਗਾ। ਗਰੀਬ ਨਿਵਾਜ ਕਹਿੰਦੇ ਹੈ ਕਿ ਉਸ ਦੇ ਉਥੇ ਤੇਰੇ ਨਾਲ ਜਾਵੇਗਾ ਤੈ ਹਰ ਨਾਮ ਸੰਗ ਹੋਤ ਸੁਹੇਲਾ। ਉਥੇ ਹਰੀ ਪਰਮੇਸ਼ਰ ਦਾ ਨਾਮ ਤੇਰੇ ਨਾਲ ਜਾਵੇਗਾ। ਇਹ ਨਾਮ ਹੀ ਤੈਨੂੰ ਸੁਹੇਲਾ ਸੌਖਾ ਕਰੇਗਾ, ਸੁਖ ਦੇਣ ਵਾਲਾ ਹੋਵੇਗਾ। ਐਸਾ ਨਾਮ ਮਨ ਸਦਾ ਧਿਆਈਐ। ਇਹ ਮੇਰੇ ਮਨ, ਇਹ ਨਾਮ ਜਿਹੜਾ ਐਸਾ, ਜਿਹੜਾ ਜਿੱਥੇ ਕੋਈ ਨਹੀਂ ਜਾਂਦਾ ਉੱਥੇ ਨਾਮ ਜਾਂਦਾ ਹੈ, ਤੇ ਇਹੋ ਜਿਹੇ ਜਿੱਥੇ ਕਿਸੇ ਜਾਣਾ ਨਹੀਂ ਉੱਥੇ ਨਾਮ ਜਾਂਦਾ। ਇਹੋ ਜਿਹਾ ਪਵਿੱਤਰ ਨਾਮ ਮੇਰਿਆ ਮਨ ਸਦਾ ਧਿਆਈਐ। ਦਿਨ ਰਾਤ ਅੱਠੇ ਪਹਿਰ ਹੀ ਪਰਮੇਸ਼ਰ ਦਾ ਨਾਮ ਧਿਆਉਣਾ ਚਾਹੀਦਾ ਹੈ। ਨਾਨਕ ਗੁਰਮੁਖ ਪਰਮ ਗਤ ਪਾਈਐ। ਤੇ ਜਿਹੜਾ ਸਾਧ ਸੰਗ ਜੀ ਗੁਰੂ ਨੂੰ ਮੁੱਖ ਰੱਖ ਕੇ ਨਾਮ ਜਪਦਾ ਹੈ ਉਹ ਪਰਮ ਗਤ ਪਾਈ। ਪਰਮ ਵੱਡੀ ਗਤ ਕਲਿਆਣ ਮੁਕਤੀ ਕਿਹੜੀ, ਉਹ ਕੈਵਲ ਹੈ, ਉਹ ਪ੍ਰਾਪਤ ਕਰਦਾ, ਵੱਡੀ ਪਦਵੀ ਨੂੰ ਪ੍ਰਾਪਤ ਹੁੰਦਾ। ਜਿਹੜਾ ਮੁਖੀ ਗੁਰਾਂ ਦੁਆਰਾ ਬਖਸ਼ੇ ਨਾਮ ਨੂੰ ਗੁਰਮੁਖ ਹੋ ਕਰਕੇ ਜਪਦਾ ਹੈ। ਮੁਕਤੀਆਂ ਸਾਧ ਸੰਗ ਦੀ ਸਾਲੋਕ ਮੁਕਤੀ ਮੰਨੀ ਗਈ ਹੈ। ਔਰ ਸਾਲੋਕ ਮੁਕਤੀ ਸਮੀਪ ਸੁਜੋਜ ਕੈਵਲ, ਜਿਹੜੀ ਸਾਲੋਕ ਮੁਕਤੀ ਹੈ ਉਹ ਐਂ ਹੈ ਪਰਮੇਸ਼ਰ ਤੇ ਪ੍ਰਾਣੀ ਦਾ ਭੇਦ ਰਹਿ ਜਾਂਦਾ। ਜਿਵੇਂ ਆਪਾਂ ਕਿਸੇ ਸ਼ਹਿਰ, ਹੁਣ ਇੱਥੇ ਦਰਬਾਰ ਸਾਹਿਬ ਮੁਕਤਸਰ ਦੀ ਬਾਬਤ ਪ੍ਰਮਾਣ ਵਜੋਂ ਜਾਣੋ, ਜੇ ਆਪਾਂ ਟੁੱਟੀ ਗੰਢੀ ਸਾਹਿਬ ਦਰਬਾਰ ਜਾਈਏ, ਉੱਥੇ ਪਰਿਕਰਮਾ ਵਿੱਚ ਖੜ ਕੇ ਆਪਾਂ ਕੋਈ ਪੁੱਛੇ ਆਪਾਂ ਨੂੰ ਫੋਨ ਕਰਕੇ ਵੀ ਕਿੱਥੇ ਹੋ, ਆਪਾਂ ਕਵਾਂਗੇ ਵੀ ਅਸੀਂ ਦਰਬਾਰ ਸਾਹਿਬ ਹਾਂ। ਸਾਲੋਕ ਮੁਕਤੀ ਤੇ ਪਰਮੇਸ਼ਰ ਵਿੱਚ ਜੀਵ ਪ੍ਰਾਣੀ ਦਾ ਇੰਨਾ ਕੁ ਭੇਦ ਰਹਿ ਜਾਂਦਾ। ਮੁਕਤ ਤਾਂ ਹੋ ਜਾਂਦਾ, ਸ਼ਲੋਕ ਮੁਕਤੀ ਜਿਹਨੂੰ ਮਿਲਦੀ ਹੈ ਉਹ ਪਰਮੇਸ਼ਰ ਦੇ ਦੇਸ਼ ਪਹੁੰਚ ਜਾਂਦਾ। ਪਰਮੇਸ਼ਰ ਨਾਲ ਮਿਲਾਪ ਨਹੀਂ ਹੋਇਆ ਹੁੰਦਾ, ਪਹਿਲੀ ਮੁਕਤੀ ਹੈ। ਇੱਕ ਦੂਜੀ ਮੁਕਤੀ ਇਸ ਤੋਂ ਵੱਡੀ ਹੈ, ਸਜੋਜ ਸਾਲੋਕ, ਫਿਰ ਸਮੀਪ ਹੈ। ਸਮੀਪ ਸਾਧ ਸੰਗ ਜੀ, ਫਿਰ ਜਿਵੇਂ ਪਰਿਕਰਮਾ ਛੱਡ ਕੇ ਆਪਾਂ ਥੋੜ੍ਹਾ ਦਰਬਾਰ ਸਾਹਿਬ ਦੇ ਵਿੱਚ ਆ ਜਾਈਏ, ਟੁੱਟੀ ਗੰਢੀ ਦਰਬਾਰ ਸਾਹਿਬ ਦੇ ਅੰਦਰ ਚਲੇ ਜਾਈਏ, ਇਸ ਤਰ੍ਹਾਂ ਉਹ ਪਰਮੇਸ਼ਰ ਦੇ ਸੱਚਖੰਡ ਦਰਬਾਰ ਦੇ ਅੰਦਰ ਤੱਕ ਦਾ ਜਿਹੜਾ ਵਾਸਾ ਮਿਲ ਜਾਂਦਾ। ਕੋਈ ਆਪਾਂ ਨੂੰ ਪੁੱਛੇ ਕਿੱਥੇ ਹੋ, ਆਪਾਂ ਆਖਾਂਗੇ ਦਰਬਾਰ ਸਾਹਿਬ ਆ, ਉਹ ਕਹਿੰਦੇ ਦਰਬਾਰ ਸਾਹਿਬ ਤਾਂ ਮੈਂ ਵੀ ਹਾਂ, ਤੂੰ ਕਿੱਥੇ ਆ, ਆਪਾਂ ਆਖਾਂਗੇ ਅਸੀਂ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਦੇ ਵੱਡੇ ਦਰਬਾਰ ਦੇ ਅੰਦਰ ਆ। ਇਸ ਤਰ੍ਹਾਂ ਸਾਧ ਸੰਗਤ ਦੀ ਜਿਹੜੀ ਸਮੀਪ ਮੁਕਤੀ ਹੈ ਨਾ, ਇਹ ਪਰਮੇਸ਼ਰ ਦੇ ਸਮੀਪ ਨਾਮ ਕੋਲ ਦਾ, ਲਾਗੇ ਹੋਣ ਤੀਕਰ ਦਾ ਜਿਹੜਾ ਵਾ ਪ੍ਰਾਣੀ ਨੂੰ ਸੁਭਾਗ ਪ੍ਰਾਪਤ ਹੁੰਦਾ, ਜਿਹਨੂੰ ਸਮੀਪ ਮੁਕਤੀ ਪ੍ਰਾਪਤ ਹੋਵੇ। ਤੀਜੀ ਮੁਕਤੀ ਸਾਜੋਜ ਹੈ ਜਾਂ ਸਾਸਨ ਸਮੀਪ, ਇੱਕ ਸਰੂਪ ਹੈ। ਜਿਹੜੀ ਸਰੂਪ ਮੁਕਤੀ ਹੈ ਉਹ ਸਾਧ ਸੰਗਤ ਜੀਓ ਪਰਮੇਸ਼ਰ ਦੇ ਵਰਗਾ ਜਿਵੇਂ ਹੋ ਜਾਣਾ, ਪਰ ਪਰਮੇਸ਼ਰ ਤਾਂ ਨਹੀਂ। ਕੈਵਲ ਮੁਕਤੀ ਜਿਹੜੀ ਸ਼੍ਰੇਸ਼ਟ ਸਾਧ ਸੰਗ ਜੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਭਗਤ ਕਬੀਰ ਜੀ ਤੇ ਪਰਮੇਸ਼ਰ ਇੱਕੋ ਹੀ ਬਣ ਗਏ। ਕਬੀਰ ਜੀ ਰਾਮ ਹਨ ਤੇ ਰਾਮ ਜੀ ਕਬੀਰ ਹਨ, ਕੋਈ ਭੇਦ ਨਹੀਂ। ਹਰ ਹਰ ਜਨ ਦੁਈ ਏਕ ਹੈ, ਬੇਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਵਿੱਚ ਲਹਿਰ ਹੁੰਦੀ ਹੈ, ਲਹਿਰ ਵਿੱਚ ਪਾਣੀ ਹੁੰਦਾ, ਇਸ ਤਰ੍ਹਾਂ ਪਰਮੇਸ਼ਰ ਤੇ ਜੀਵ ਵਿੱਚ ਫਿਰ ਭੇਦ ਨਹੀਂ ਰਹਿੰਦਾ। ਇਹ ਸਾਰਿਆਂ ਤੋਂ ਖਾਲਸਾ ਜੀ ਸ਼੍ਰੇਸ਼ਟ ਮੁਕਤੀ ਹੈ। ਤੋ ਜਿਹੜਾ ਹਰੀ ਪਰਮੇਸ਼ਰ ਦਾ ਨਾਮ ਜਪੇਗਾ, ਜਪਦਾ ਹੈ, ਗੁਰੂ ਗਰੀਬ ਨਿਵਾਜ ਕਹਿੰਦੇ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਜਪੀਏ ਨਾਮ, ਪਰਮ ਗਤ ਪਾਈਐ। ਪਰਮ ਵੱਡੀ ਗਤ ਮੁਕਤੀ ਕਲਿਆਣ ਪ੍ਰਾਪਤ ਹੁੰਦੀ ਹੈ। ਬਹੁਰ ਨਾ ਭਵਜਲ ਫੇਰਾ, ਮੁੜ ਕੇ ਖਾਲਸਾ ਜੀ ਸੰਸਾਰ ਤੇ ਜੰਮਣ ਮਰਨ ਨਹੀਂ ਹੈ। ਘੇਰਾ ਇੱਕ ਵਾਰ ਪਰਮੇਸ਼ਰ ਨੇ ਆਨੰਦ ਬਖਸ਼ ਦਿੱਤਾ, ਫਿਰ ਉਸ ਤੋਂ ਬਾਅਦ ਕਦੇ ਵੀ ਸੰਸਾਰ ਵਿੱਚ ਜੰਮ ਕੇ ਮਰਨਾ, ਮਰ ਕੇ ਜੰਮਣਾ ਨਹੀਂ। ਹਾਂ, ਪਰਮੇਸ਼ਰ ਨਾਲ ਇੱਕਮਿਕ ਹੋਣਾ ਘੇਰਾ ਔਖਾ ਹੈ। ਜਦੇ ਹੀ ਪਰਮੇਸ਼ਰ ਦੇ ਨਾਲ ਜੀਵ ਦੀ ਖਾਲਸਾ ਜੀ ਇੱਕਮਿਕਤਾ ਹੋ ਜਾਂਦੀ ਹੈ। ਫਿਰ ਮੁੜ ਖਾਲਸਾ ਜੀ ਜਿਵੇਂ ਭਈ ਪੂਤਰੀ ਲੋਨ ਕੀ ਥਾ ਸਿੰਧ ਕੀ ਲੈਣ, ਅਨਾਥ ਆਪ ਆਪੇ ਪਈ ਪਲਟ ਕਹੇ ਕੋ ਬੈਨ।
ਜਿਵੇਂ ਲੂਣ ਦੀ ਡਲੀ ਦੂਜੀਆਂ ਡਲੀਆਂ ਨੂੰ ਆਖੇ ਕਿ ਮੈਂ ਸਮੁੰਦਰ ਦੀ ਡੂੰਘਾਈ ਮਾਪ ਕੇ ਆਉਣੀ ਆ ਵੀ ਸਮੁੰਦਰ ਕਿੰਨਾ ਕੁ ਡੂੰਘਾ ਹੈ। ਉਹ ਡਲੀ ਲੂਣ ਦੀ ਜਾਵੇਗੀ ਸਮੁੰਦਰ ਅੰਦਰ, ਪਰ ਘੁਲ ਕੇ ਸਮੁੰਦਰ ਦਾ ਹੀ ਰੂਪ ਬਣ ਜਾਵੇਗੀ, ਵਾਪਸ ਨਹੀਂ ਆਵੇਗੀ, ਕਿਉਂਕਿ ਲੂਣ ਖੁਰ ਜਾਂਦਾ। ਇਸ ਤਰ੍ਹਾਂ ਸਾਧ ਸੰਗਤ ਜੀ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਦਮ ਕੀਤੇ ਹੈ, ਸਮੁੰਦਰ ਵੱਤ ਪਰਮੇਸ਼ਰ ਹੈ, ਆਪਾਂ ਸਾਰੇ ਹੀ ਲੂਣ ਦੀ ਡਲੀ ਵਰਗੇ ਹਾਂ। ਜਿਨ੍ਹਾਂ ਨੇ ਪਰਮੇਸ਼ਰ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਦਮ ਕੀਤੇ ਹੈ, ਉਹ ਜਿਵੇਂ ਡਲੀ ਲੂਣ ਦੀ ਸਮੁੰਦਰ ਵਿੱਚ ਪੈ ਜਾਵੇ ਵੀ ਵੇਖਾਂ ਕਿੰਨਾ ਕੁ ਸਮੁੰਦਰ ਡੂੰਘਾ ਹੈ। ਅਨਾਥ ਆਪ ਆਪੇ ਪਈ ਪਲਟ ਕਹੇ ਕੋ ਬੈਣ, ਉਹ ਸਮੁੰਦਰ ਦਾ ਹੀ ਰੂਪ ਬਣ ਜਾਂਦੀ ਹੈ। ਇਸ ਤਰ੍ਹਾਂ ਨਾਮ ਜਪਣ ਵਾਲੇ ਖਾਲਸਾ ਜੀ ਫਿਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਐ। ਮੂੰਹ ਜਿੰਨਾ ਸਮਾਂ ਖਾਲੀ ਉਹਨਾਂ ਸਮਾਂ ਮੂੰਹ ਖੁੱਲ੍ਹਦਾ। ਮੂੰਹ ਵਿੱਚ ਕੋਈ ਵਸਤੂ, ਕੋਈ ਲੱਡੂ ਪਾ ਦਿਓ, ਮੂੰਹ ਬੰਦ ਹੋ ਜਾਂਦਾ। ਇਸ ਤਰ੍ਹਾਂ ਸਾਧ ਸੰਗਤ ਜੀ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਉਹ ਫਿਰ ਇਸ ਤਰ੍ਹਾਂ ਹੋ ਗਏ ਵੀ ਜਿਵੇਂ ਗੂੰਗੇ ਨੂੰ ਗੁੜ ਖਵਾ ਕੇ ਪੁੱਛੋ ਕਿਵੇਂ ਦਾ ਲੱਗਿਆ, ਉਹ ਦੱਸ ਨਹੀਂ ਪਾਉਂਦਾ, ਪਰ ਉਹਦਾ ਚਿਹਰੇ ਦਾ ਆਨੰਦ ਦੱਸਦਾ। ਚਿਹਰੇ ਦੀ ਜਿਹੜੀ ਹਰਕਤ ਉਹ ਦੱਸਦੀ ਹੈ ਵੀ ਇਹਨੂੰ ਬਹੁਤ ਆਨੰਦ ਆ ਰਿਹਾ। ਇਸ ਤਰ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਉਹਨਾਂ ਨੂੰ ਖਾਲਸਾ ਜੀ ਅਥਾਹ ਆਨੰਦ ਹੈ। ਫਿਰ ਕਿੰਨਾ ਕੁ ਆਨੰਦ ਇਹ ਦੱਸਿਆ ਨਹੀਂ ਜਾ ਸਕਦਾ, ਇਹ ਕਹਿਣ ਕਥਨ ਤੋਂ ਪਰੇ ਹੈ। ਇਹ ਵੱਡੀ ਪਦਵੀ ਹੈ ਜਿਹੜੀ ਭਗਤਾਂ ਨੂੰ ਪ੍ਰਾਪਤ ਹੋਈ, ਹੁੰਦੀ ਨਾਮ ਜਪ ਕੇ ਹੈ। ਇਸ ਕਰਕੇ ਇਹ ਮੇਰੇ ਮਨਾਂ ਸਦਾ ਨਾਮ ਜਪ, ਇਹ ਤੇਰਾ ਕੰਮ ਆ, ਸੰਸਾਰ 'ਤੇ ਆਏ ਦਾ ਇਹੀ ਤੇਰਾ ਕਾਰਜ ਹੈ। ਤੋ ਇਹ ਪਾਵਨ ਪਵਿੱਤਰ ਉਪਦੇਸ਼ ਆਪ ਸਾਰੀ ਸੰਗਤ ਦੇ ਹਿਰਦੇ ਵਿੱਚ ਵਸੇ। ਹੋਈਆਂ ਭੁੱਲਾਂ ਦੀ ਖਿਮਾ।